ਨਵਜੋਤ ਸਿੰਘ ਸਿੱਧੂ ਨੇ ਮਾਰਿਆ ਸਿਕਸਰ। ਪਿਛਲੇ ਬੜੇ ਸਮੇਂ ਤੋਂ ਨਵਜੋਤ ਸਿੰਘ ਵੱਲੋਂ ਜੱਦੋ-ਜਹਿਦ ਕੀਤੀ ਜਾ ਰਹੀ ਸੀ ਔਰ ਆਪਣੀ ਹੀ ਪਾਰਟੀ ਦੀ ਖਿਲਾਫਤ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ। ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਨੇਤਾ ਨੇ ਜਿਹੜੇ ਕਿ ਆਪਣੀ ਹੀ ਪਾਰਟੀ ਦੇ ਖਿਲਾਫ ਬੋਲ ਰਹੇ ਸੀ। ਕਾਰਨ ਇਹ ਸੀ ਕਿ ਉਹਨਾਂ ਸਾਰਿਆਂ ਦਾ ਮੰਨਣਾ ਸੀਗਾ ਕਿ ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ 'ਚੋਂ ਕੋਈ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ। ਉਹਨਾਂ ਦੇ ਬੋਲਣ ਦਾ ਇੱਕ ਹੋਰ ਬਹੁਤ ਵੱਡਾ ਕਾਰਨ ਇਹ ਸੀ ਕਿ 22 ਦੀਆਂ ਚੋਣਾਂ ਸਿਰ 'ਤੇ ਖੜੀਆਂ ਨੇ, ਕੁਝ ਕੁ ਮਹੀਨੇ ਹੀ ਰਹਿ ਗਏ ਨੇ ਚੋਣਾਂ ਹੋਣ ਵਿੱਚ ਔਰ ਪਾਰਟੀ ਵੱਲੋਂ ਕੀਤੇ ਗਏ ਪ੍ਰੋਮਿਸ 4.5 ਸਾਲ ਵਿੱਚ ਹਾਲੇ ਤੱਕ ਕਿਉਂ ਪੂਰੇ ਨਹੀਂ ਕੀਤੇ ਗਏ, ਇਹ ਸਵਾਲ ਜਿਹੜੇ ਨੇ ਆਪਣੀ ਹੀ ਸਰਕਾਰ ਤੋਂ ਉਹਨਾਂ ਦੇ ਵਿਧਾਇਕ ਮੰਤਰੀ ਪੁੱਛ ਰਹੇ ਸੀ। ਲੇਕਿਨ ਉੱਧਰੋਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੁਖਾਵਾਂ ਜਵਾਬ ਨਹੀਂ ਸੀ ਆ ਰਿਹਾ। ਫਿਰ ਜੇ ਆਪਾਂ ਗੱਲ ਕਰੀਏ ਸਿੱਧੂ ਸਾਹਿਬ ਦੀ ਟਵਿੱਟਰ ਵਾਰ ਹੋਈ, ਪੋਸਟਰ ਵਾਰ ਹੋਈ ਔਰ ਮਿਸਿਸ ਸਿੱਧੂ ਨੇ ਵੀ ਕਿਹਾ ਕਿ ਅਸੀਂ ਜਿਹੜਾ ਹੈ 117 ਦੇ 17 ਹਲਕਿਆਂ 'ਚ ਜਾ ਕੇ ਆਪਣਾ ਪ੍ਰਚਾਰ ਕਰਾਂਗੇ। ਔਰ ਸਿੱਧੂ ਸਾਹਿਬ ਦੀ ਬਿਮਾਰੀ ਦੀ ਵੀ ਗੱਲ ਹੋਈ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹ ਕੁਝ ਮਹੀਨਿਆਂ ਦੌਰਾਨ ਉਹ ਬੀਤੀਆਂ ਨੇ, ਲੇਕਿਨ ਸਿੱਧੂ ਸਾਹਿਬ ਆਪਣੀ ਗੱਲ 'ਤੇ ਬਿਲਕੁਲ ਅਡਿੱਗ ਔਰ ਅਟਲ ਰਹੇ। ਤੁਹਾਨੂੰ ਦੱਸ ਦਈਏ ਕਿ ਜਿਸ ਵੇਲੇ ਸਿੱਧੂ ਸਾਹਿਬ ਦੀ ਮੈਰਿਜ ਹੋਈ ਆ ਉਸ ਤੋਂ ਪਹਿਲਾਂ ਜੇ ਮੈਡਮ ਦੀ ਗੱਲ ਕਰੀਏ ਤਾਂ ਉਹ ਦੋਨੇ ਜਵਾਨ ਸੀ ਅਤੇ ਸਿੱਧੂ ਸਾਹਿਬ ਨੂੰ ਉਹ ਪਸੰਦ ਆ ਗਏ ਸੀ ਅਤੇ ਉਹਨਾਂ ਨੇ ਫਿਰ ਪਿੱਛਾ ਕਰਨਾ ਸ਼ੁਰੂ ਕੀਤਾ। ਆਪਣੇ ਦੋਸਤਾਂ ਨੂੰ ਨਾਲ ਲੈ ਕੇ ਜਾਂਦੇ ਸੀ ਔਰ ਉਹਨਾਂ ਨੂੰ ਬਥੇਰੇ ਉਹਨਾਂ ਨੇ ਚਿਕਨ ਵਿਕਨ ਵੀ ਖਿਲਾਏ। ਇੱਕ ਵਾਰ ਦੀ ਗੱਲ ਉਹਨਾਂ ਨੇ ਸਾਂਝੀ ਕੀਤੀ ਸੀ ਕਿ ਮਾਲ ਰੋਡ 'ਤੇ ਉਹ ਜਾ ਰਹੇ ਸੀ, ਇੱਕ ਪਾਸਿਓਂ ਮੈਡਮ ਤੁਰੇ ਆ ਰਹੇ ਸੀ ਅਤੇ ਦੂਜੇ ਪਾਸਿਓਂ ਗੱਡੀ ਲੈ ਕੇ ਫੁਆਰਾ ਚੌਂਕ ਵੱਲ ਨੂੰ ਜਾ ਰਹੇ ਸੀ ਤਾਂ ਸਾਰਾ ਧਿਆਨ ਗੱਡੀ ਤੋਂ ਹਟ ਕੇ ਉਹਨਾਂ ਵੱਲ ਲੱਗ ਗਿਆ ਔਰ ਦੋਸਤਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਤੋਂ ਜਿਹੜਾ ਹੈ ਗੱਡੀ ਨਹੀਂ ਸੰਭੀ। ਇੱਕਦਮ ਜਦੋਂ ਗੱਡੀ ਦੀਆਂ ਬ੍ਰੇਕਾਂ ਵੱਜੀਆਂ ਤਾਂ ਸਾਰੇ ਦੋਸਤ ਮੂਹਰਲੀ ਸੀਟ 'ਤੇ ਆ ਗਏ। ਇਹ ਗੱਲ ਕਹਿਣ ਦਾ ਸਿਰਫ ਇੰਨਾ ਕੁ ਮਤਲਬ ਹੈ ਕਿ ਸਿੱਧੂ ਸਾਹਿਬ ਜਿਸ ਗੱਲ ਦੇ ਮਗਰ ਪੈ ਜਾਂਦੇ ਨੇ ਉਹਨੂੰ ਪੂਰਾ ਕਰਕੇ ਹੀ ਛੱਡਦੇ ਨੇ ਔਰ ਮੈਡਮ ਨਵਜੋਤ ਕੌਰ ਨਾਲ ਉਹਨਾਂ ਨੇ ਪਿਆਰ ਕੀਤਾ ਸੀ ਔਰ ਆਖਰਕਾਰ ਉਹਨਾਂ ਨੇ ਉਹਨਾਂ ਨਾਲ ਹੀ ਮੈਰਿਜ ਵੀ ਕੀਤੀ। ਹੁਣ ਗੱਲ ਕਰੀਏ ਆਪਾਂ ਪੋਲੀਟਿਕਸ ਦੀ। ਸ਼ੁਰੂ ਤੋਂ ਇਹ ਬੀਜੇਪੀ ਨਾਲ ਜੁੜੇ, ਫਿਰ ਜਿਹੜਾ ਅਕਾਲੀ ਦਲ ਔਰ ਬੀਜੇਪੀ ਦਾ ਅਲਾਇੰਸ ਸੀਗਾ ਕਾਫੀ ਸਾਲ ਤੱਕ ਇਹ ਉਹਨਾਂ ਨਾਲ ਜੁੜੇ ਰਹੇ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਦੇ ਮਤਭੇਦ ਉਹਨਾਂ ਨਾਲ ਹੋ ਗਏ ਔਰ ਬੜੀ ਤਲਖੀ ਜਿਹੜੀ ਹੈ ਸਿੱਧੂ ਸਾਹਿਬ ਨੇ ਦਿਖਾਈ। ਸਿੱਧੂ ਸਾਹਿਬ ਬੇਬਾਕ ਵੀ ਨੇ, ਇਮਾਨਦਾਰ ਵੀ ਨੇ ਔਰ ਬਿਲਕੁਲ ਆਪਣਾ ਸੱਚ ਰੱਖਣ 'ਚ ਬੜੇ ਹੀ ਸક્ષਮ ਨੇ ਔਰ ਬੜੇ ਤੱਥਾਂ ਦੇ ਆਧਾਰ 'ਤੇ ਇਹ ਗੱਲ ਕਰਦੇ ਨੇ। ਹੁਣ ਵੀ ਪਿੱਛੇ ਜੇ ਖਬਰਾਂ ਉੱਡੀਆਂ ਸੀਗੀਆਂ ਕਿ ਸਿੱਧੂ ਸਾਹਿਬ ਸ਼ਾਇਦ ਆਪ 'ਚ ਚਲੇ ਜਾਣ, ਸ਼ਾਇਦ ਇਹ ਆਪਣੀ ਪਾਰਟੀ ਬਣਾ ਲੈਣ ਜਾਂ ਕੁਝ ਹੋਰ ਕਰ ਲੈਣ, ਲੇਕਿਨ ਸਿੱਧੂ ਸਾਹਿਬ ਅਡਿੱਗ ਔਰ ਅਟਲ ਰਹੇ। ਉਹਨਾਂ ਦਾ ਕਹਿਣਾ ਸੀ ਕਿ ਮੇਰੀ ਲੜਾਈ ਕਿਸੇ ਪਾਰਟੀ ਨਾਲ ਨਹੀਂ ਹੈ, ਸਿਰਫ 2 ਪਰਿਵਾਰਾਂ ਨਾਲ ਹੈ। ਬਕਾਇਦਾ ਉਹਨਾਂ ਨੇ ਬਾਈ ਨੇਮ ਜਿਹੜਾ ਹੈ ਉਹਨਾਂ ਨੂੰ ਭੰਡਿਆ ਔਰ ਚਾਹੇ ਉਹ TV ਚੈਨਲਾਂ ਰਾਹੀਂ ਉਹਨਾਂ ਨੇ ਇੰਟਰਵਿਊ ਦਿੱਤੀਆਂ ਜਾਂ ਟਵੀਟ ਕੀਤਾ, ਜਿਸ ਵੀ ਤਰੀਕੇ ਨਾਲ ਉਹ ਆਪਣੀ ਗੱਲ ਰੱਖ ਸਕੇ ਉਹਨਾਂ ਨੇ ਬੇਬਾਕੀ ਨਾਲ ਆਪਣੀ ਗੱਲ ਰੱਖੀ। ਹੁਣ ਇਹ ਸਾਰਾ ਮਾਮਲਾ ਪੰਜਾਬ 'ਚ ਹੱਲ ਨਹੀਂ ਹੋਇਆ। ਫਿਰ ਇਹ ਸਾਰਾ ਮਾਮਲਾ ਇੱਥੋਂ ਉੱਠ ਕੇ ਦਿੱਲੀ ਹਾਈ ਕਮਾਨ ਚਲਾ ਗਿਆ। ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦੀ ਜਿਹੜੀ ਹੈ ਰਹਿਨੁਮਾਈ ਹੇਠ ਇਹ ਸਾਰੀਆਂ ਗੱਲਾਂ ਹੋਈਆਂ ਔਰ ਸਾਰੇ ਹੀ ਜਿਹੜੇ ਇਹਨਾਂ ਦੇ ਪੁਰਾਣੇ ਨਵੇਂ ਲੀਡਰ ਸੀ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਕਿਉਂਕਿ ਵੋਟਾਂ ਦਾ ਸਮਾਂ ਨਜ਼ਦੀਕ ਹੈ ਔਰ ਬਹੁਤ ਸਾਰੇ ਕਾਂਗਰਸ ਦੇ ਦਿੱਗਜ ਨੇਤਾ ਜਿਨ੍ਹਾਂ ਨੂੰ ਪਿਛਲੇ 4.5 ਸਾਲ ਤੋਂ ਬਿਲਕੁਲ ਹੀ ਅਣਗੌਲਿਆ ਕੀਤਾ ਗਿਆ ਹੈ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ 'ਚ ਇਹਨਾਂ ਦਾ ਬੜਾ ਵੱਡਾ ਹੱਥ ਸੀ। ਹੁਣ ਜਦੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਕੱਲ੍ਹ 10 ਦੇ ਕਰੀਬ ਵਿਧਾਇਕਾਂ ਨੇ ਹਾਂ ਦਾ ਨਾਅਰਾ ਮਾਰਿਆ ਕੈਪਟਨ ਸਾਹਿਬ ਬਾਰੇ। ਉਹਨਾਂ ਨੇ ਕਿਹਾ ਕਿ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਹਾਈ ਕਮਾਨ ਬਿਲਕੁਲ ਇਹਨਾਂ ਦੀਆਂ ਸੇਵਾਵਾਂ ਨੂੰ ਅਣਗੌਲਿਆ ਨਾ ਕਰੇ। ਸੰਨ 1984 ਤੋਂ ਬਾਅਦ ਪੰਜਾਬ ਵਿੱਚ ਜੇ ਕਾਂਗਰਸ ਦੀ ਸਰਕਾਰ ਬਣੀ ਹੈ ਤਾਂ ਸਿਰਫ ਕੈਪਟਨ ਸਾਹਿਬ ਕਰਕੇ ਬਣੀ ਹੈ। ਕੈਪਟਨ ਸਾਹਿਬ ਇੱਕ ਬੜੇ ਦਿੱਗਜ ਔਰ ਵੱਡੇ ਨੇਤਾ ਨੇ ਕਾਂਗਰਸ ਦੇ ਔਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹਨਾਂ 10 ਵਿਧਾਇਕਾਂ ਨੇ ਕੈਪਟਨ ਸਾਹਿਬ ਦੇ ਹੱਕ ਵਿੱਚ ਕੀਤੀਆਂ, ਲੇਕਿਨ ਕੱਲ੍ਹ ਰਾਤ ਇਹ ਪੱਕਾ
ਜਿਹੜਾ ਫੈਸਲਾ ਆ ਜਾਂਦਾ ਹੈ ਕਿ ਸਿੱਧੂ ਸਾਹਿਬ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਹੁਣ ਦੂਸਰੇ ਖੇਮੇ ਵਿੱਚ ਕਿਸ ਤਰ੍ਹਾਂ ਦੀ ਉਥਲ-ਪੁਥਲ ਹੋਈ ਹੈ ਔਰ ਜਿਹੜਾ ਸਿੱਧੂ ਖੇਮਾ ਹੈ ਉਹ ਕਿੰਨਾ ਖੁਸ਼ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ 3 ਦਿਨਾਂ ਤੋਂ ਜਦ ਤੋਂ ਇਹ ਕਿਆਸ ਲਾਏ ਜਾ ਰਹੇ ਸੀ ਕਿ ਬਸ ਕਿਸੇ ਵੀ ਵੇਲੇ ਅਨਾਉਂਸਮੈਂਟ ਹੋ ਸਕਦੀ ਹੈ, ਉਦੋਂ ਤੋਂ ਹੀ ਤਾਬੜ ਤੋੜ ਜਿਹੜੀਆਂ ਹੈ ਮੀਟਿੰਗਸ ਸਿੱਧੂ ਸਾਹਿਬ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ। ਚਾਹੇ ਆਪਾਂ ਲਾਲ ਸਿੰਘ ਜੀ ਦੀ ਗੱਲ ਕਰੀਏ, ਚਾਹੇ ਉਹਨਾਂ ਦੇ ਭਤੀਜੇ ਦੀ ਗੱਲ ਕਰੀਏ, ਜਾਂ ਹੋਰ ਜਿਹੜੇ ਅਣਗੌਲੇ ਨੇਤਾ ਸੀ ਉਹਨਾਂ ਨਾਲ ਵੀ ਸਿੱਧੂ ਸਾਹਿਬ ਨੇ ਮੀਟਿੰਗ ਕੀਤੀ, ਕਿਉਂਕਿ ਪੋਲੀਟਿਕਸ ਇਕੱਲੇ ਬੰਦੇ ਦੀ ਗੇਮ ਨਹੀਂ ਹੈ। ਇਹਦੇ ਨਾਲ ਸਾਨੂੰ ਇੱਕ ਟੀਮ ਚਾਹੀਦੀ ਹੁੰਦੀ ਹੈ ਔਰ ਵਿਧਾਇਕਾਂ ਦਾ ਪੂਰਾ ਸਾਥ ਜਿਹੜਾ ਹੈ ਚਾਹੀਦਾ ਹੁੰਦਾ ਹੈ। ਉਸੇ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਇਹ ਸਭ ਕੁਝ ਕੀਤਾ। ਹੁਣ ਦੇਖਣਾ ਇਹ ਹੈ ਕਿ ਸਿੱਧੂ ਸਾਹਿਬ ਆਪਣੀਆਂ ਕਹੀਆਂ ਹੋਈਆਂ ਗੱਲਾਂ ਤੇ ਕਿੰਨੇ ਕੁ ਖਰੇ ਉਤਰਦੇ ਨੇ। ਲੇਕਿਨ ਹੁਣ ਜਿਹੜਾ ਸਿੱਧੂ ਸਾਹਿਬ ਵਾਸਤੇ ਇਹ ਰਾਹ ਹੈ, ਇਹ ਕੰਡਿਆਂ ਭਰਾ ਰਾਹ ਹੈ। ਜਦੋਂ ਉਹ ਪਾਵਰ ਨਹੀਂ ਸੀ ਲੈ ਰਹੇ, ਕੈਪਟਨ ਸਾਹਿਬ ਪਾਵਰ 'ਚ ਸੀ, ਤਾਂ ਉਹਨਾਂ ਨੇ ਬਹੁਤ ਕੁਝ ਗੱਲਾਂ ਉਹਨਾਂ ਨੂੰ ਸੁਣਾਈਆਂ। ਲੇਕਿਨ ਹੁਣ ਇਹਨਾਂ ਕੋਲ ਪਾਵਰ ਆਈ ਹੈ, ਦੇਖਣਾ ਇਹ ਹੈ ਕਿ ਆਪਣੀ ਪਾਵਰ ਨੂੰ ਇਹ ਕਿਸ ਤਰ੍ਹਾਂ ਇਸਤੇਮਾਲ ਕਰਦੇ ਨੇ। ਕੀ ਪੰਜਾਬ ਦਾ ਆਵਾਮ ਇਹਨਾਂ ਤੋਂ ਖੁਸ਼ ਹੁੰਦਾ ਹੈ ਜਾਂ ਦੂਸਰੇ ਨੇਤਾਵਾਂ ਵਾਂਗ ਇਹਨਾਂ ਤੋਂ ਵੀ ਖਫਾ ਹੋ ਜਾਂਦਾ ਹੈ। ਖੈਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਲੇਕਿਨ ਬਹੁਤ ਸਾਰੀਆਂ ਮੁਸ਼ਕਲਾਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਦਰਪੇਸ਼ ਆਉਣਗੀਆਂ ਔਰ ਬੜੀ ਹਿੰਮਤ ਔਰ ਹੌਸਲੇ ਨਾਲ ਪਹਿਲਾਂ ਵਾਂਗ ਹੀ ਉਹਨਾਂ ਨੂੰ ਡਟ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕਰਨਾ ਪਵੇਗਾ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।